ਪਰਚਾ ਕੱਟਤਾ ਕਿ ਚੰਡੀਗੜ੍ਹ ਦੇ ਵਿੱਚ ਐਂਟਰ ਕਰਕੇ ਭੰਨ ਤੋੜ ਕੀਤੀ ਹੈ, ਲੋਕਾਂ ਨੂੰ ਉਕਸਾਇਆ, ਨਜਾਇਜ਼ ਹਥਿਆਰ ਜਾਂ ਕੁਝ ਵੀ ਜਿੰਨੀਆਂ ਵੀ ਧਾਰਾਂ ਲਾਈਆਂ ਨੇ। ਤਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਪ੍ਰਸ਼ਾਸਨ ਦਾ ਅਸੀਂ ਬੜਾ ਸਨਮਾਨ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਪਰ ਪ੍ਰਸ਼ਾਸਨ ਨੂੰ ਪੁਖਤਾ ਛਾਣਬੀਣ ਕਰ ਲੈਣੀ ਚਾਹੀਦੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਕਿਹੜਾ ਬੰਦਾ ਉੱਥੇ ਮੌਕੇ 'ਤੇ ਮੌਜੂਦ ਸੀ, ਕਿਹੜਾ ਬੰਦਾ ਮੌਜੂਦ ਨਹੀਂ ਸੀ। ਮੇਰੇ ਤੇ ਪਰਚਾ ਕੱਟਣ ਦਾ ਇਹ ਕਾਰਨ ਸਿਰਫ ਇੱਕ ਸਿਆਸੀ ਕਾਰਨ ਹੀ ਹੋ ਸਕਦਾ ਕਿ ਪ੍ਰਸ਼ਾਸਨ ਦੇ ਮੋਢੇ ਤੇ ਰੱਖ ਕੇ ਇੱਕ ਦੂਖ ਚਲਾਈ ਕਿ ਜਿਹੜੇ ਫਰੰਟ ਲਾਈਨ ਤੇ ਚਿਹਰੇ ਕੰਮ ਕਰ ਰਹੇ ਆ। ਪਹਿਲੇ ਦਿਨ ਤੋਂ ਨਾਲ ਚੱਲੇ ਆ। ਪਹਿਲਾਂ ਗੀਤਾਂ ਨੂੰ ਲੈ ਕੇ ਬੜੇ ਫੋਨ ਆਉਂਦੇ ਰਹੇ ਕਿ ਤੁਸੀਂ ਇੱਦਾਂ ਦੇ ਗੀਤ ਨਾ ਗਾਓ, ਤੁਹਾਡੇ ਤੇ ਪ੍ਰੈਸ਼ਰ ਪੈ ਸਕਦਾ, ਗੌਰਮੈਂਟ ਕਾਰਵਾਈ ਕਰ ਸਕਦੀ ਹੈ, ਸੰਘਰਸ਼ ਦੇ ਵਿੱਚ ਨਾ ਆਓ। ਬੜਾ ਕੁਝ ਚੱਲਿਆ, ਬੜੇ ਫੋਨ ਆਉਂਦੇ ਰਹੇ ਦਿੱਲੀ ਤੋਂ, ਪਰ ਸਾਡਾ ਜਿਹੜਾ ਸੰਘਰਸ਼ ਹੈ ਉਹ ਬਰਕਰਾਰ ਰਿਹਾ। ਤੁਹਾਡਾ ਜੋ ਬਣਦਾ ਸੀ ਤੁਸੀਂ ਆਪ ਦੇ ਵੱਲੋਂ ਕਰ ਲਿਆ, ਹੁਣ ਜੋ ਸਾਡਾ ਬਣਦਾ ਹੈ ਅਸੀਂ ਆਪ ਦੇ ਵੱਲੋਂ ਕਰਾਂਗੇ। ਜਦੋਂ ਤੱਕ ਲਹਿਰ ਚੱਲੂਗੀ, ਸੰਘਰਸ਼ ਚੱਲੂਗਾ, ਉਦੋਂ ਤੱਕ। ਨਜਾਇਜ਼ ਹਥਿਆਰ ਹੋਣ ਦਾ ਇੱਕ ਬਹੁਤ ਦੂਰ ਦੀ ਗੱਲ ਹੈ। ਮੇਰੇ ਕੋਲ ਤਾਂ ਲਾਇਸੈਂਸ ਵਾਲਾ ਕੋਈ ਇੱਦਾਂ ਦਾ ਹਥਿਆਰ ਨਹੀਂ ਹੈਗਾ। ਰੋਜ਼ਾਨਾ ਸਪੋਕਸਮੈਨ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਜਗਵਿੰਦਰ ਸਿੰਘ। ਕਿਸਾਨਾਂ ਦੇ ਵੱਲੋਂ ਪਹਿਲਾਂ 26 ਜਨਵਰੀ ਦਾ ਪ੍ਰੋਗਰਾਮ ਉਲੀਕਿਆ ਜਾਂਦਾ ਜੋ ਕਿ ਕੇਂਦਰ ਸਰਕਾਰ ਤੇ ਪ੍ਰਸ਼ਾਸਨ ਦੇ ਭਾਰੀ ਪੈਂਦਾ ਦਿਖਾਈ ਦਿੱਤਾ, ਅਤੇ ਉਸ ਤੋਂ ਬਾਅਦ ਹੁਣ 26 ਜੂਨ ਨੂੰ ਇੱਕ ਵਾਰ ਫੇਰ ਜਿਹੜਾ ਕਿਸਾਨਾਂ ਦੇ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ ਤੇ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਫੇਰ ਤੋਂ ਜਿਹੜਾ ਭਾਰੀ ਪੈਂਦਾ ਦਿਖਾਈ ਦਿੱਤਾ। ਇੱਕ ਪ੍ਰੋਗਰਾਮ ਜਿਹੜਾ ਰਾਜਪਾਲ ਨੂੰ ਮੈਮੋਰੈਂਡਮ ਸੌਂਪਣ ਦਾ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ ਸੀ ਤੇ ਮੈਮੋਰੈਂਡਮ ਆ ਜਿਹੜਾ ਉਹ ਵੀ ਸੌਂਪ ਦਿੱਤਾ ਗਿਆ, ਪਰ ਕੁਝ ਵਿਅਕਤੀਆਂ ਤੇ ਜਿਹੜਾ ਪਰਚੇ ਦਰਜ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਨੇ। ਇੱਕ ਨਾਮ ਸਾਹਮਣੇ ਆਉਂਦਾ ਜਸ ਬਾਜਵਾ ਦਾ, ਜਿਨ੍ਹਾਂ ਦੇ ਉੱਪਰ ਵੀ ਕਈ ਪਰਚੇ ਨੇ, ਜਿਸ ਦੇ ਬਾਰੇ ਅੱਜ ਗੱਲਬਾਤ ਕਰਾਂਗੇ। ਜਸ ਬਾਜਵਾ ਸਾਡੇ ਨਾਲ ਮੌਜੂਦ ਨੇ। ਜਸ ਬਾਜਵਾ ਜੀ, ਇੱਕ ਨਹੀਂ ਦੋ ਨਹੀਂ ਕਈ ਧਾਰਾਵਾਂ ਦੇ ਤਹਿਤ ਤੁਹਾਡੇ ਤੇ ਪਰਚੇ ਦਰਜ ਕੀਤੇ ਗਏ ਨੇ, ਕਿਵੇਂ ਦੇਖਦੇ ਹੋ? ਕਿਉਂਕਿ ਉਹਨਾਂ ਦਾ ਇਹ ਕਹਿਣਾ ਕਿ ਦੰਗੇ ਫੈਲਾਉਣ ਦੀ ਰਣਨੀਤੀ ਨਾਲ ਜਿਹੜੇ ਜਸ ਬਾਜਵਾ ਉੱਥੇ ਪਹੁੰਚੇ ਸੀ। ਦੇਖੋ, ਜਿਹੜਾ ਕਿਸਾਨੀ ਸੰਘਰਸ਼ ਹੈ 1 ਸਾਲ ਹੀ ਹੋ ਗਿਆ। ਜੇ ਮੈਂ ਪੰਜਾਬ ਤੋਂ ਵੀ ਕਾਊਂਟ ਕਰਾਂ, 7 ਮਹੀਨੇ ਦਿੱਲੀ ਦੀਆਂ ਸਰਹੱਦਾਂ ਤੇ ਹੋ ਗਏ ਤੇ 3 ਮਹੀਨੇ ਸਾਨੂੰ ਪੰਜਾਬ 'ਚ ਸਾਡੇ ਬਜ਼ੁਰਗਾਂ ਨੂੰ ਰੇਲਵੇ ਲਾਈਨਾਂ ਤੇ ਬੈਠਿਆਂ ਨੂੰ, ਟੋਲ ਪਲਾਜ਼ੇ ਘੇਰ ਕੇ ਬੈਠਿਆਂ ਨੂੰ। ਉਹਦੇ ਨਾਲ ਜਿੱਥੇ ਗੌਰਮੈਂਟ ਸਾਡਾ ਖੂਨ ਚੂਸ ਰਹੀ ਹੈ, ਇਹੋ ਜਿਹੇ ਖਰੜੇ ਬਿੱਲ ਤਿਆਰ ਕਰਦੀ ਹੈ ਕਿ ਕਿਵੇਂ ਇਹਨਾਂ ਦਾ ਜਿਹੜੇ ਰੁਜ਼ਗਾਰ ਨੇ ਉਹ ਖੋਏ ਜਾਣ, ਉੱਥੇ ਕਿਸਾਨਾਂ ਵੱਲੋਂ ਜਿਹੜੇ ਟੋਲ ਪਲਾਜ਼ੇ ਘੇਰੇ ਹੋਏ ਆ। ਤੁਸੀਂ ਇਹ ਦੇਖੋ, ਪਿਛਲੇ 1 ਸਾਲ ਤੋਂ ਬਿਲਕੁਲ 1 ਰੁਪਈਆ ਨਹੀਂ ਕਿਸੇ ਦਾ ਲੱਗਦਾ। ਸਲੂਟ ਕਰਕੇ ਜਾਣਾ ਚਾਹੀਦਾ, ਚਾਹੇ ਉੱਥੇ 2 ਕਿਸਾਨ ਬੈਠੇ ਚਾਹੇ 3 ਬੈਠੇ ਆ। ਲੋਕਾਂ ਨੂੰ ਫਾਇਦਾ ਕਿਹਦਾ ਹੁੰਦਾ? ਪਬਲਿਕ ਦਾ। ਚਾਹੇ ਕੋਈ ਸਾਡੇ ਸੰਘਰਸ਼ ਦੇ ਨਾਲ ਚੱਲੇ ਨਾ ਚੱਲੇ, ਪਰ ਫਿਰ ਵੀ ਉਸ ਟੋਲ ਪਲਾਜ਼ੇ ਤੋਂ ਲੰਘ ਰਿਹਾ। ਜੇ ਇੱਥੋਂ ਬਠਿੰਡੇ ਜਾਣਾ ਹੋਵੇ 5 ਟੋਲ ਪਲਾਜ਼ੇ ਆਉਂਦੇ ਆ ਤਾਂ 500,000 ਰੁਪਈਆ ਬਚਦਾ। ਜਿਹੜੇ ਵੱਡੇ ਟਰੱਕ ਨੇ ਉਹਨਾਂ ਦਾ ਇੱਦੋਂ ਵੀ ਵੱਧ ਬਚਦਾ। ਸੋ ਕਿਸਾਨਾਂ ਦੇ ਜ਼ਰੀਏ ਆਮ ਪਬਲਿਕ ਦਾ, ਪੰਜਾਬ ਦੀ ਪਬਲਿਕ ਦਾ, ਚਾਹੇ ਹਰਿਆਣੇ ਦੀ ਪਬਲਿਕ ਦਾ ਕਿੰਨਾ ਜ਼ਿਆਦਾ ਫਾਇਦਾ ਹੋ ਰਿਹਾ, ਪਹਿਲੀ ਗੱਲ। ਦੂਜੀ ਗੱਲ, ਪੰਜਾਬ 'ਚ ਸੀ, ਪੰਜਾਬ ਤੋਂ ਦਿੱਲੀ ਚਲੇ ਗਏ। ਪਹਿਲਾਂ ਇਹ ਕਹਿ ਕੇ ਭੰਡਿਆ ਗਿਆ ਕਿ ਘੱਟ ਗਿਣਤੀ ਦਾ ਸੰਘਰਸ਼ ਹੈ ਜਾਂ ਪਾਕਿਸਤਾਨ ਦੀ ਫੰਡਿੰਗ ਹੈ, ਚਾਈਨਾ ਵਾਲੇ ਇਹਨਾਂ ਨੂੰ ਸ਼ਹਿ ਦਿੰਦੇ ਆ, ਬੜਾ ਕੁਛ ਕਿਹਾ ਗਿਆ। ਜਦੋਂ ਉਹ ਵੀ ਪਲਾਨ ਕਾਮਯਾਬ ਨਹੀਂ ਹੋਇਆ, ਪੰਜਾਬ ਨੂੰ ਕਹਿ ਦਿੱਤਾ ਗਿਆ ਕਿ ਪੰਜਾਬ ਦੇ ਲੋਕਾਂ ਨੂੰ, ਕਿਸਾਨਾਂ ਨੂੰ ਹੀ ਪ੍ਰੋਬਲਮ ਹੈ। ਹੋਰ ਕੋਈ ਭਾਰਤ ਦੇ ਲੋਕ ਇਹਨਾਂ ਕਾਨੂੰਨਾਂ ਨੂੰ ਬਹੁਤ ਮੰਨਦੇ ਆ, ਪਰ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਹੀ ਦਿੱਕਤ ਹੈ। ਜਦੋਂ ਪੰਜਾਬ 'ਚੋਂ ਨਿਕਲੇ, ਹਰਿਆਣਾ ਨਾਲ ਲੈ ਲਿਆ, ਉੱਤਰਾਖੰਡ ਆ ਗਿਆ, ਯੂਪੀ ਆ ਗਿਆ, ਰਾਜਸਥਾਨ ਆ ਗਿਆ, ਇੱਕ ਵੱਡੀ ਗਿਣਤੀ 'ਚ ਜਦੋਂ ਇਕੱਠ ਦਿੱਲੀ ਦੀਆਂ ਸਰਹੱਦਾਂ 'ਤੇ ਪਹੁੰਚ ਗਿਆ ਤਾਂ ਸੁਭਾਵਿਕ ਤੌਰ 'ਤੇ ਪ੍ਰੈਸ਼ਰ ਗੌਰਮੈਂਟ 'ਤੇ ਵਧਣਾ ਸ਼ੁਰੂ ਹੋ ਗਿਆ। 11 ਬੇਸਿੱਟਾ ਮੀਟਿੰਗਾਂ ਰਹੀਆਂ, 7 ਮਹੀਨੇ ਤੋਂ ਉੱਤੇ ਦਾ ਸਮੇਂ ਹੋ ਗਿਆ। 550 ਤੋਂ ਉੱਤੇ ਕੀਮਤੀ ਜਾਨਾਂ, ਜਿਹੜੇ ਪਰਿਵਾਰ 'ਚੋਂ ਇੱਕ ਜੀ ਚਲਾ ਜਾਂਦਾ ਉਹਨੂੰ ਪਤਾ ਕਿ ਉਹਨੇ ਕਿਵੇਂ ਸਰਵਾਈਵ ਕਰਨਾ ਹੈ। ਕਿਸਾਨੀ ਦਾ, ਜੇ ਕਿਸਾਨੀ ਦੀ ਹਾਲਤ ਦੀ ਗੱਲ ਕਰੀਏ ਤਾਂ ਇਹ ਨਹੀਂ ਹੈਗਾ ਕਿ ਲੱਖਾਂ ਰੁਪਈਆ ਖੇਤੀ 'ਚੋਂ ਬਚਦਾ। ਸਾਡਾ ਤਾਂ ਤੋਰੀ ਫੁਲਕਾ ਹੀ ਚੱਲਦਾ, ਲਿਮਟਾਂ ਹੀ ਨਵੀਆਂ ਪੁਰਾਣੀਆਂ ਹੁੰਦੀਆਂ। ਫਿਰ ਸਾਨੂੰ ਜੇ ਰੋਟੀ ਪਾਣੀ ਤੋਰੀ ਫੁਲਕਾ ਚੱਲਦਾ ਵੀ ਖੋਹ ਕੇ ਕਾਰਪੋਰੇਟ ਨੂੰ ਦੇਣਾ ਤਾਂ ਉਹਦੇ ਸੰਬੰਧ 'ਚ ਜਿਹੜੀ ਲਹਿਰ ਹੈ, ਜਿਹੜੀ ਆਵਾਜ਼ ਹੈ ਉੱਠਣੀ, ਉਹ ਸੁਭਾਵਿਕ ਹੈ, ਬਿਲਕੁਲ ਜਾਇਜ਼ ਹੈ ਤੇ ਕਿਸਾਨ ਚੱਕ ਵੀ ਰਹੇ ਆ। ਕਿਸੇ ਵੀ ਮੁੱਲ 'ਤੇ ਉਹ ਅੱਜ ਪਿੱਛੇ ਹਟਣ ਨੂੰ ਤਿਆਰ ਨਹੀਂ। ਕਿੰਨਾ ਕੁਛ, ਜੇ ਮੈਂ ਕੁਰਬਾਨੀਆਂ ਦੀ ਗੱਲ ਕਰਾਂ ਤਾਂ ਕਿੰਨੀਆਂ ਰੁੱਤਾਂ ਆ ਕੇ ਉੱਥੋਂ ਬਦਲ ਗਈਆਂ। ਗੜੇ ਉਹਨਾਂ 'ਤੇ ਬਾਰਿਸ਼ ਹੁੰਦੀ ਹੈ, ਤੰਬੂਆਂ 'ਚ ਪਾਣੀ ਵੜ ਜਾਂਦਾ, ਮੀਂਹ ਹਨੇਰੀ ਆ ਜਾਂਦੀ ਹੈ, ਪੱਟੇ ਜਾਂਦੇ ਆ, ਕਿੰਨੀ ਗਰਮੀ ਹੈ, ਕਿੰਨਾ ਮੱਛਰ ਹੈ। ਚਲੋ ਇਹ ਵੀ ਸਭ ਚੀਜ਼ਾਂ ਉਹਨਾਂ ਨੇ ਝੱਲ ਲਈਆਂ। ਹੁਣ
ਪਿਛਲੇ 3 ਕੁ ਮਹੀਨਿਆਂ ਤੋਂ ਜੇ ਦੇਖਿਆ ਜਾਵੇ, ਗਵਰਨਮੈਂਟ ਤੇ ਫਿਰ ਵੀ ਕੋਈ ਕੰਨ ਤੇ ਜੂੰ ਨਹੀਂ ਸਿਰਕੀ ਕਿ ਅਸੀਂ ਦੇਖੀਏ ਜਿੱਥੇ ਭਾਰਤ ਨੂੰ ਕਿਹਾ ਜਾਂਦਾ ਕਿ ਲੋਕਤੰਤਰ ਸਭ ਤੋਂ ਵੱਡਾ ਲੋਕਤੰਤਰ ਇੱਥੇ ਹੈ, ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਲਈ ਕੰਮ ਕਰਦੀ ਹੈ, ਇਹ ਹੋ ਉਲਟਾ ਗਿਆ। ਲੋਕਾਂ ਦਾ ਖੂਨ ਚੂਸਣ ਲਈ ਸਰਕਾਰ ਬਣੀ ਹੈ ਤੇ ਕਿਵੇਂ ਨਾ ਕਿਵੇਂ ਲੋਕਾਂ ਦੇ ਜਿਹੜੇ ਰੁਜ਼ਗਾਰ ਨੇ ਉਹ ਖੋਹ ਕੇ ਕਾਰਪੋਰੇਟ ਨੂੰ ਦੇਣ ਦੇ ਖਰੜੇ ਤਿਆਰ ਕੀਤੇ ਜਾਂਦੇ ਆ, ਹੋਰ ਕੁਝ ਵੀ ਨਹੀਂ ਕੀਤਾ ਜਾਂਦਾ। ਪਿਛਲਾ ਇਤਿਹਾਸ ਚੈੱਕ ਕਰ ਲਓ ਤੁਸੀਂ ਗਵਰਨਮੈਂਟ ਦਾ। ਪੰਜਾਬ ਨੇ ਆਵਾਜ਼ ਬੁਲੰਦ ਕਰਤੀ, ਕਿਸਾਨਾਂ ਨੇ ਆਵਾਜ਼ ਬੁਲੰਦ ਕਰਤੀ। ਇਸੇ ਦਰਮਿਆਨ ਕੋਵਿਡ ਦਾ ਇੱਕ ਸਿਸਟਮ ਚੱਲਿਆ। ਕੋਵਿਡ ਕਰਕੇ ਪਿਛਲੇ 3 ਮਹੀਨੇ ਤੋਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੇ ਪ੍ਰੋਗਰਾਮ ਸੀ, ਗਤੀਵਿਧੀਆਂ ਸੀ, ਉਹ ਥੋੜ੍ਹੇ ਜਿਹੇ ਠੰਡੇ ਪੈ ਗਏ ਸੀ। ਠੰਡੇ ਪੈਣ ਨਾਲ ਲੋਕ ਥੋੜ੍ਹੇ ਵਾਪਸ ਵੀ ਆ ਗਏ ਸੀ, ਜਾਂ ਕੰਮਕਾਰ ਖੇਤੀ ਝੋਨਾ ਲਾਉਣਾ ਸੀ ਉਹਦੇ ਕਰਕੇ ਵੀ ਬਿਜੀ ਸੀ। ਸਾਡੇ ਤੋਂ ਪੰਜਾਬ 'ਚ ਕੋਵਿਡ ਦੀਆਂ ਗਾਈਡਲਾਈਨਾਂ ਨੂੰ ਦੇਖਦੇ ਹੋਏ ਜਿੰਨਾ ਕੁ ਕੰਮ ਹੁੰਦਾ ਸੀ ਅਸੀਂ ਲਗਾਤਾਰ ਕਰ ਰਹੇ ਸੀ। ਪਿੰਡਾਂ ਦੇ ਵਿੱਚ ਜਾ ਰਹੇ ਸੀ ਲਗਾਤਾਰ ਕਿ ਕਿਵੇਂ ਦਿੱਲੀ ਵੱਲ ਨੂੰ ਚੱਲੀਏ, ਸਰਹੱਦਾਂ 'ਤੇ ਇਕੱਠ ਕਰੀਏ। ਹੁਣ ਉਸੇ ਦਰਮਿਆਨ ਜਿਹੜਾ ਤੁਸੀਂ ਪਿਛਲੇ ਦੀ ਗੱਲ ਕੀਤੀ ਕਿ ਪਿਛਲਾ ਪ੍ਰੋਗਰਾਮ ਦਿੱਤਾ ਗਿਆ 26 ਵਾਲਾ ਕਾਰਾਂ ਤੇ ਝੰਡਿਆਂ ਦਾ ਤੇ ਘਰਾਂ ਤੇ ਝੰਡਿਆਂ ਦਾ, ਉਹ ਪ੍ਰੋਗਰਾਮ ਤਾਂ ਸੀਗਾ ਸਿਰਫ ਮਹਿਜ ਇੱਕ ਛੋਟਾ ਜਿਹਾ ਕਿ ਕਾਰਾਂ ਤੇ ਝੰਡੇ ਲਾਓ ਤੇ ਘਰਾਂ ਤੇ ਝੰਡੇ ਲਾਓ, ਪਰ ਲੋਕਾਂ ਨੇ ਇੱਥੇ ਇੱਕ ਪੂਰਾ ਜਲਸਾ ਤਿਆਰ ਕਰਤਾ। ਇੱਕ ਮਜਮਾ ਕਿਸਾਨ ਭਰਾਵਾਂ ਦਾ ਆ ਗਿਆ ਤੇ ਅਸੀਂ ਮੋਹਾਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਪ੍ਰਸ਼ਾਸਨ ਦੀ ਰਹਿਨੁਮਾਈ ਹੇਠ। ਹੁਣ ਜਿਹੜਾ ਆਹ ਪ੍ਰੋਗਰਾਮ ਸੀਗਾ ਗਵਰਨਰ ਹਾਊਸ ਮੰਗ ਪੱਤਰ ਦੇਣ ਦਾ, ਤਾਂ ਪੂਰੇ ਪੰਜਾਬ 'ਚੋਂ ਲੋਕ ਇੱਥੇ ਆਏ, ਚਾਹੇ ਅੰਮ੍ਰਿਤਸਰ ਕਹਿ ਦਈਏ, ਚਾਹੇ ਹੋਰ ਵੱਖ-ਵੱਖ ਸੂਬਿਆਂ 'ਚੋਂ ਕਹਿ ਦਈਏ, ਇਲਾਕਿਆਂ 'ਚੋਂ ਕਹਿ ਦਈਏ, ਆਏ ਤੇ ਇੱਕ ਵੱਡਾ ਇਕੱਠ ਹੋ ਗਿਆ। ਮੈਂ ਵੀ ਅੰਬ ਸਾਹਿਬ ਤੋਂ ਜਾਣਾ ਸੀਗਾ, ਅਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਸੀ, ਪਰ ਅਹਿਮ ਮੌਕੇ 'ਤੇ ਆ ਕੇ ਮੋਹਾਲੀ ਪ੍ਰਸ਼ਾਸਨ ਵੱਲੋਂ ਇੱਕ ਸਾਨੂੰ ਸੁਨੇਹਾ ਆਉਂਦਾ ਕਿ ਤੁਸੀਂ ਅੱਜ ਵਾਲੇ ਇਸ ਪ੍ਰੋਗਰਾਮ ਦੇ ਵਿੱਚ ਨਾ ਪਹੁੰਚੋ, ਸਾਡੇ ਕੋਲ ਇੰਟੈਲੀਜੈਂਸ ਦੀਆਂ ਰਿਪੋਰਟਾਂ ਨੇ, ਲਾਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਆ ਸਕਦੀ ਹੈ। ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਇੱਦਾਂ ਦੀ ਕੋਈ ਗੱਲਬਾਤ? ਤਾਂ ਬਿਲਕੁਲ ਵੀ ਨਹੀਂ, ਕਿਉਂਕਿ ਤੁਸੀਂ ਮੇਰਾ ਪਿਛਲਾ ਰਿਕਾਰਡ ਚੈੱਕ ਕਰ ਸਕਦੇ ਹੋ, ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਤੁਹਾਡੇ ਨਾਲ ਰਹੂੰਗਾ। ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਅਸੀਂ ਕਹਿ ਰਹੇ ਹਾਂ ਕਿਸੇ ਕਾਰਨਾਂ ਕਰਕੇ ਕਹਿ ਰਹੇ ਹਾਂ, ਕਿਉਂਕਿ ਮੈਂ ਪਹਿਲਾਂ ਵੀ ਮੋਹਾਲੀ ਦੇ ਵਿੱਚ ਬਹੁਤ ਪ੍ਰੋਗਰਾਮ ਕੀਤੇ, ਕਦੇ ਕੋਈ ਇੱਦਾਂ ਦੀ ਪ੍ਰਸ਼ਾਸਨ ਵੱਲੋਂ ਕਦੇ ਵੀ ਕੋਈ ਸੁਨੇਹਾ ਜਾਂ ਦਿੱਕਤ ਨਹੀਂ ਆਈ, ਸਾਥ ਹੀ ਦਿੱਤਾ ਪ੍ਰਸ਼ਾਸਨ ਨੇ ਸਾਡਾ। ਤਾਂ ਮੇਰਾ ਮੰਨਣਾ ਗੱਲ ਉਹਨਾਂ ਦਾ ਮੇਰਾ ਫਰਜ਼ ਸੀ ਉਹਨਾਂ ਦੀ ਗੱਲ ਮੰਨਣਾ। ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਕਿਤੇ ਵੀ ਨਹੀਂ ਜਾ ਸਕਦਾ ਜਾਂ ਮੈਂ ਇੱਥੇ ਨਹੀਂ ਆ ਸਕਦਾ, ਤਾਂ ਉਹ ਕਹਿੰਦੇ ਤੁਸੀਂ ਕਿਤੇ ਵੀ ਜਾ ਸਕਦੇ ਹੋ, ਬਟ ਇੱਥੇ ਅੱਜ ਦੇ ਦਿਨ ਲਈ ਗੁਰੇਜ਼ ਕਰੋ। ਤਾਂ ਮੈਂ ਉਹਨਾਂ ਨੂੰ ਪੁੱਛ ਕੇ ਕਿ ਹਰਿਆਣੇ, ਉਹ ਕਹਿੰਦੇ ਤੁਸੀਂ ਹਰਿਆਣੇ ਜਾ ਸਕਦੇ ਹੋ। ਹਰਿਆਣੇ ਮੈਂ ਗਿਆ, ਚੜੂਨੀ ਸਾਹਿਬ ਦੀ ਜਥੇਬੰਦੀ ਬਹੁਤ ਵੱਡੀ ਗਿਣਤੀ 'ਚ ਕਾਫਲਾ ਲੈ ਕੇ ਉੱਧਰੋਂ ਆ ਰਹੇ ਸੀ ਚੱਲ ਕੇ। ਮੈਂ ਉਹਨਾਂ ਨੂੰ ਜੁਆਇਨ ਕੀਤਾ, ਮਿਲਿਆ ਉਹਨਾਂ ਨੂੰ ਜਾ ਕੇ, ਲਾਸਟ ਜਿਹੜਾ ਬੈਰੀਗੇਡ ਸੀ ਉੱਥੇ ਤੱਕ ਪਹੁੰਚਿਆ, ਉੱਥੇ ਜਾ ਕੇ ਭਾਈਚਾਰੇ ਨੂੰ ਸੰਬੋਧਨ ਵੀ ਕੀਤਾ। ਇਹੀ ਗੱਲ ਕਹੀ ਕਿ ਆਪਾਂ ਮਾਨ ਮਰਿਆਦਾ 'ਚ ਰਹਿਣਾ, ਪ੍ਰਸ਼ਾਸਨ ਨੂੰ ਕੋਈ ਮੌਕਾ ਨਹੀਂ ਦੇਣਾ ਇੱਦਾਂ ਦਾ ਕਿ ਕੱਲ੍ਹ ਨੂੰ ਸਾਡੇ 'ਤੇ ਬਲੇਮ ਆਵੇ ਕਿ ਇਹਨਾਂ ਨੇ ਕੋਈ ਇੱਥੇ ਹੁੱਲੜਬਾਜੀ ਆ ਕੇ ਕਿਸਾਨਾਂ ਨੇ ਕੀਤੀ ਹੈ ਜਾਂ ਕੋਈ ਹੋਰ ਭੱਜ ਨੱਠ ਕੀਤੀ ਹੈ। ਤਾਂ ਸਾਰਾ ਜਿਹੜਾ ਜਿੰਨਾ ਵੀ ਈਵੈਂਟ ਸੀ, ਪ੍ਰੋਗਰਾਮ ਸੀ, ਉਹ ਬੜਾ ਵਧੀਆ ਤਰੀਕੇ ਨਾਲ ਸੰਪੂਰਨ ਹੋਇਆ। ਜੋਗਿੰਦਰ ਯਾਦਵ ਜੀ ਸਾਡੇ ਨਾਲ ਸੀ, ਗਵਰਨਰ ਹਾਊਸ 'ਚੋਂ ਕੁਝ ਅਧਿਕਾਰੀ ਆਏ, ਉਹਨਾਂ ਨੂੰ ਅਸੀਂ ਆਪਣਾ ਮੰਗ ਪੱਤਰ ਦਿੱਤਾ, ਚੜੂਨੀ ਸਾਹਿਬ ਦੀ ਕਾਰ 'ਤੇ ਖੜ੍ਹ ਕੇ ਸੰਬੋਧਨ ਕੀਤਾ, ਸਭ ਕੁਝ ਹੋਇਆ। ਅਖੀਰ ਦੇ ਵਿੱਚ ਚੜੂਨੀ ਸਾਹਿਬ ਨੇ ਕੁਝ ਹਰਿਆਣੇ ਦੇ ਬਿਜਲੀ ਦੇ ਕਨੈਕਸ਼ਨਾਂ ਦਾ ਮਸਲਾ ਸੀ, ਬਿਜਲੀ ਮਹਿਕਮੇ ਘਰ ਜਾਣਾ ਸੀਗਾ, ਅਤੇ ਮੈਂ ਉਹਨਾਂ ਤੋਂ ਆਗਿਆ ਲੈ ਕੇ ਵਾਪਸ ਆਪਣੇ ਘਰ ਵਾਪਸ ਆ ਗਿਆ। ਵਾਪਸ ਆਇਆ ਅਤੇ ਸਵੇਰੇ ਮੈਨੂੰ ਪਤਾ ਲੱਗਿਆ ਕਿ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਮੇਰੇ 'ਤੇ ਇਹ 7-8 ਧਾਰਾਂ ਲਾ ਕੇ ਪਰਚਾ ਕੱਟਤਾ ਕਿ ਚੰਡੀਗੜ੍ਹ ਦੇ ਵਿੱਚ ਐਂਟਰ ਕਰਕੇ ਭੰਨ ਤੋੜ ਕੀਤੀ ਹੈ, ਲੋਕਾਂ ਨੂੰ ਉਕਸਾਇਆ, ਨਜਾਇਜ਼ ਹਥਿਆਰ ਜਾਂ ਕੁਝ ਵੀ ਜਿੰਨੀਆਂ ਵੀ ਧਾਰਾਂ ਲਾਈਆਂ ਨੇ। ਤਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਪ੍ਰਸ਼ਾਸਨ ਦਾ ਅਸੀਂ ਬੜਾ ਸਨਮਾਨ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਪਰ ਪ੍ਰਸ਼ਾਸਨ ਨੂੰ ਪੁਖਤਾ ਛਾਣਬੀਣ ਕਰ ਲੈਣੀ ਚਾਹੀਦੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਕਿਹੜਾ ਬੰਦਾ ਉੱਥੇ ਮੌਕੇ 'ਤੇ ਮੌਜੂਦ ਸੀ, ਕਿਹੜਾ ਬੰਦਾ ਮੌਜੂਦ ਨਹੀਂ ਸੀ। ਜਦੋਂ ਬੈਰੀਗੇਟ ਟੁੱਟੇ ਆ ਤਾਂ ਪੰਜਾਬ ਵਾਲੇ ਪਾਸਿਓਂ ਟੁੱਟੇ ਆ, ਹਰਿਆਣੇ ਦੀ ਜਥੇਬੰਦੀ ਵੱਲੋਂ ਕੋਈ ਬੈਰੀਗੇਟ ਨਹੀਂ ਟੁੱਟਿਆ, ਕੋਈ ਇੱਦਾਂ ਦੀ ਗਤੀਵਿਧੀ ਨਹੀਂ ਹੋਈ। ਸਾਰੇ ਸ਼ਾਂਤਮਈ ਤਰੀਕੇ ਨਾਲ ਆਪਣਾ ਪੱਤਰ ਦੇ ਕੇ ਵਾਪਸ ਚਲੇ ਗਏ। ਅਤੇ ਮੈਂ ਵੀ ਹਰਿਆਣੇ ਵੱਲੋਂ ਹੀ ਆਇਆ ਸੀ, ਕਿਉਂਕਿ ਪੰਜਾਬ ਤਾਂ ਮੈਂ ਤੁਹਾਨੂੰ ਦੱਸਤਾ ਕਿ ਮੋਹਾਲੀ ਵਾਲੇ ਪ੍ਰਸ਼ਾਸਨ ਨੇ ਹਦਾਇਤ ਦੇ ਦਿੱਤੀ ਸੀ ਮੈਨੂੰ। ਤਾਂ ਫਿਰ ਮੇਰੇ 'ਤੇ ਪਰਚਾ ਕੱਟਣ ਦਾ ਇਹ ਕਾਰਨ ਸਿਰਫ ਇੱਕ ਸਿਆਸੀ ਕਾਰਨ ਹੀ ਹੋ ਸਕਦਾ ਕਿ ਪ੍ਰਸ਼ਾਸਨ ਦੇ ਮੋਢੇ 'ਤੇ ਰੱਖ ਕੇ ਇੱਕ ਬੰਦੂਕ ਚਲਾਈ ਕਿ ਜਿਹੜੇ ਫਰੰਟ ਲਾਈਨ 'ਤੇ ਚਿਹਰੇ ਕੰਮ ਕਰ ਰਹੇ ਆ, ਕਿਉਂਕਿ ਸਾਡੀ ਲਾਈਨ ਹੈ ਜਿਹੜੀ ਮੀਡੀਆ ਲਾਈਨ ਹੈ, ਉਹਨਾਂ ਨੂੰ ਲੱਗਦਾ ਕਿ ਕਲਾਕਾਰ ਨੇ ਆਪਣੇ ਕੈਰੀਅਰ ਨੂੰ ਲੈ ਕੇ, ਗੱਲ ਸੱਚੀ ਵੀ ਹੈ, ਜੇ ਮੰਨ ਲਓ ਅੱਜ ਕੋਈ ਇੱਦਾਂ ਦੀ ਗੱਲਬਾਤ ਹੁੰਦੀ ਹੈ ਤਾਂ ਮੇਰਾ ਕੈਰੀਅਰ ਹੈ ਕੱਲ੍ਹ ਨੂੰ ਬਿਲਕੁਲ ਜ਼ੀਰੋ ਹੀ ਹੋ ਜਾਊਗਾ। ਪਰ ਫਿਰ ਵੀ ਚਲੋ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਡਰ ਕੇ ਘਰੇ ਬਹਿ ਜਾਣਗੇ। ਪਰ ਮੈਂ ਇਹ ਗੱਲ ਕਹਿ ਦੇਣੀ ਚਾਹੁੰਦਾ ਕਿ ਜਦੋਂ ਤੋਂ ਸੰਘਰਸ਼ ਚੱਲਿਆ, ਪਹਿਲੇ ਦਿਨ ਤੋਂ ਨਾਲ ਚੱਲੇ ਆ, ਪਹਿਲਾਂ ਗੀਤਾਂ ਨੂੰ ਲੈ ਕੇ ਬੜੇ ਫੋਨ ਆਉਂਦੇ ਰਹੇ ਕਿ ਤੁਸੀਂ ਇੱਦਾਂ ਦੇ ਗੀਤ ਨਾ ਗਾਓ, ਤੁਹਾਡੇ 'ਤੇ ਪ੍ਰੈਸ਼ਰ ਪੈ ਸਕਦਾ, ਗੌਰਮੈਂਟ ਕਾਰਵਾਈ ਕਰ ਸਕਦੀ ਹੈ, ਸੰਘਰਸ਼ ਦੇ ਵਿੱਚ ਨਾ ਆਓ, ਬੜਾ ਕੁਝ ਚੱਲਿਆ, ਬੜੇ ਫੋਨ ਆਉਂਦੇ ਰਹੇ ਦਿੱਲੀ ਤੋਂ। ਪਰ ਸਾਡਾ ਜਿਹੜਾ ਸੰਘਰਸ਼ ਹੈ ਉਹ ਬਰਕਰਾਰ ਰਿਹਾ, ਕਿਉਂਕਿ ਸਾਡੇ ਕਰਕੇ
ਹਜ਼ਾਰਾਂ ਲੋਕ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਇਕੱਠੇ ਹੋ ਕੇ ਚੱਲ ਰਹੇ ਹਾਂ ਤੇ ਜਸ ਸਾਡੇ ਨਾਲ ਚੱਲ ਰਿਹਾ, ਜੇ ਉਹਨਾਂ 'ਚ ਜੋਸ਼ ਆਉਂਦਾ ਤਾਂ ਮੈਂ ਬਿਲਕੁਲ ਚੱਲੂੰਗਾ, ਲਾਮਬੰਦ ਕਰੂੰਗਾ, ਪਿੰਡਾਂ 'ਚ ਜਾਂਦੇ ਵੀ ਹਾਂ ਤੇ ਅੱਗੇ ਵੀ ਜਾਂਦਾ ਰਹੂੰਗਾ। ਹੁਣ ਇਹ ਜਿਹੜਾ ਸਾਰਾ ਸਿਸਟਮ ਕੀਤਾ ਗਿਆ, ਇਹ ਇੱਕ ਤਾਂ ਪ੍ਰਸ਼ਾਸਨ ਇਹਦੀ ਦੁਬਾਰੇ ਪੁਖਤਾ ਜਾਂਚ ਕਰੇ ਕਿ ਕੌਣ ਬੰਦੇ ਉੱਥੇ ਸੀ, ਕੌਣ ਨਹੀਂ ਸੀ। ਤੇ ਦੂਜੀ ਗੱਲ, ਜਿਹੜੇ ਗਏ ਵੀ ਆ ਕੋਈ ਇਦਾਂ ਇਹ ਨਹੀਂ ਆਪਣਾ ਮੰਗ ਪੱਤਰ ਰੱਖਣ ਗਏ ਆ, ਦੇ ਕੇ ਵਾਪਸ ਆ ਗਏ, ਤੇ ਬਣਦੀ ਦੁਬਾਰੇ ਜਾਂਚ ਪੜਤਾਲ ਕਰਕੇ ਇੱਕ ਚੈੱਕ ਕਰੇ। ਤਾਂ ਮੇਰੇ ਕੋਲ ਬਕਾਇਦਾ ਪ੍ਰੂਫ ਨੇ ਕਿ ਮੈਂ ਕੱਲ ਕਿੱਥੇ ਸੀ, ਵੀਡੀਓਜ਼ ਆਪਣੇ ਇੰਸਟਾਗ੍ਰਾਮ ਤੇ ਪਾਈਆਂ ਨੇ, ਕਿਉਂਕਿ ਅੰਬ ਸਾਹਿਬ ਤੋਂ ਬਹੁਤ ਮੈਨੂੰ ਫੋਨ ਆ ਰਹੇ ਸੀ ਕਿ ਬਾਈ ਤੁਸੀਂ ਕਿਉਂ ਨਹੀਂ ਆਏ ਇੱਥੇ। ਉਹ ਸਾਰਾ ਵੇਰਵਾ ਮੈਂ ਆਪਣੇ ਇੰਸਟਾਗ੍ਰਾਮ ਤੇ ਦਿੱਤਾ, ਤੇ ਹਰਿਆਣੇ ਦੀ ਵੀਡੀਓ ਵੀ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ਜੀ, ਚੜੂਨੀ ਸਾਹਿਬ ਮੇਰੇ ਨਾਲ ਖੜੇ ਆ। ਸੋ ਇਦਾਂ ਦੀ ਕੋਈ ਗੱਲਬਾਤ ਨਹੀਂ, ਇਹ ਟੋਟਲ ਹੀ ਇੱਕ ਡਰਾਉਣ ਲਈ ਗੌਰਮੈਂਟ ਕਰ ਰਹੀ ਹੈ ਕਿ ਜਿਹੜੇ ਚਿਹਰੇ ਫਰੰਟ ਲਾਈਨ ਤੇ ਚੱਲ ਰਹੇ ਆ, ਲਗਾਤਾਰ ਕਿਸਾਨੀ ਸੰਘਰਸ਼ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ, ਇਕੱਠ ਲੋਕਾਂ ਦਾ ਇਕੱਠ ਲੈ ਕੇ ਦਿੱਲੀ ਵੱਲ ਨੂੰ ਵੱਧ ਰਹੇ ਆ, ਲਹਿਰ ਨੂੰ ਸਰਗਰਮ ਕਰਨ ਲਈ ਲਗਾਤਾਰ ਕੰਮ ਕਰ ਰਹੇ ਆ, ਉਹਨਾਂ ਨੂੰ ਕਿਵੇਂ ਨਾ ਕਿਵੇਂ ਦਬਾਇਆ ਜਾਵੇ। ਪਰ ਮੈਂ ਇਹ ਗੱਲ ਕਹਿ ਦੇਣੀ ਚਾਹੁੰਦਾ ਕਿ ਤੁਸੀਂ, ਤੁਹਾਡਾ ਜੋ ਬਣਦਾ ਸੀ ਤੁਸੀਂ ਆਪਦੇ ਵੱਲੋਂ ਕਰ ਲਿਆ, ਹੁਣ ਜੋ ਸਾਡਾ ਬਣਦਾ ਅਸੀਂ ਆਪਦੇ ਵੱਲੋਂ ਕਰਾਂਗੇ। ਜਦੋਂ ਤੱਕ ਲਹਿਰ ਚੱਲੂਗੀ, ਸੰਘਰਸ਼ ਚੱਲੂਗਾ, ਉਦੋਂ ਤੱਕ ਕੋਈ ਵੀ ਕੀਮਤ ਤਾਰਨੀ ਪੈ ਜਾਵੇ, ਲਗਾਤਾਰ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ। ਤੇ ਜਦੋਂ ਤੱਕ ਇਹ 3 ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਕਿਉਂਕਿ ਪੰਜਾਬ ਦੀ ਹੋਂਦ ਹੈ ਜਿਹੜੀ ਉਹ ਜ਼ਮੀਨਾਂ ਕਰਕੇ ਹੈ, ਜਿਹੜਾ ਸਾਡਾ ਫਿਊਚਰ ਹੈ। ਅੱਜ ਕੋਈ ਪੁਖਤਾ ਸਾਡੇ ਕੋਲ ਰੁਜ਼ਗਾਰ ਨਹੀਂ, ਸਾਨੂੰ ਜ਼ਮੀਨਾਂ ਦੇ ਹੀ ਹੌਸਲੇ ਆ। ਜ਼ਮੀਨਾਂ 'ਚੋਂ ਵੀ ਮੈਂ ਪਹਿਲਾਂ ਇਹ ਗੱਲ ਦੱਸ ਕੇ ਹਟਿਆ ਕਿ ਲੱਖਾਂ ਕਰੋੜਾਂ ਰੁਪਏ ਦੀ ਆਮਦਨ ਨਹੀਂ, ਤੋਰੀ ਫੁਲਕਾ ਚੱਲਦਾ ਹੈ। ਪਰ ਫਿਰ ਵੀ ਜੇ ਗੌਰਮੈਂਟ ਇਹਨੂੰ ਖੋਹਣ ਦੇ ਖਰੜੇ ਤਿਆਰ ਕਰੂਗੀ ਤਾਂ ਅਸੀਂ ਵਿਰੋਧ ਆ ਜਿਹੜਾ ਲਾਜ਼ਮੀ ਕਰਾਂਗੇ। ਤੇ ਉਸੇ ਸੰਬੰਧ 'ਚ ਇਹ ਜਿਹੜਾ ਅੱਜ ਐਡਾ ਵੱਡਾ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਸੰਘਰਸ਼ ਉੱਭਰਿਆ ਹੋਇਆ, ਇਹ ਉਸੇ ਸੰਘਰਸ਼ ਉਸੇ ਦੇ ਮੱਦੇ ਨਜ਼ਰ ਉੱਭਰਿਆ ਹੋਇਆ, ਤੇ ਇਹਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ, ਅਖੀਰਲੇ ਦਮ ਤੱਕ ਖੜੇ ਰਵਾਂਗੇ। ਇੱਕ ਧਾਰਾ ਸੈਕਸ਼ਨ 148 ਦੇ ਤਹਿਤ ਤੁਹਾਡੇ ਤੇ ਧਾਰਾ ਲੱਗੀ ਆ, ਪਰਚਾ ਦਰਜ ਹੋਇਆ, ਉਹ ਤਾਂ ਉਹਨਾਂ ਦੇ ਲੱਗਦੀ ਹੁੰਦੀ ਆ ਜਿਨ੍ਹਾਂ ਕੋਲ ਨਜਾਇਜ਼ ਹਥਿਆਰ ਹੋਣ। ਤਾਂ ਤੁਸੀਂ ਕਿਹੜੇ ਹਥਿਆਰ ਲੈ ਕੇ ਗਏ ਸੀ ਜਿਹੜੇ ਲੋਕਾਂ ਨੂੰ ਨਹੀਂ ਦਿਖਾਈ ਦਿੱਤੇ, ਇਕੱਲੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੀ ਦਿਖਾਈ ਦਿੱਤੇ? ਦੇਖੋ, ਮੈਂ ਤਾਂ ਇਹ ਗੱਲ ਕਹਿ ਦੇਣੀ ਚਾਹੁੰਦਾ ਕਿ ਮੀਡੀਆ ਨੇ ਮੈਨੂੰ ਉੱਥੇ ਕੈਪਚਰ ਕੀਤਾ। ਚੜੂਨੀ ਸਾਹਿਬ ਉੱਥੇ ਮੌਕੇ ਤੇ ਮੇਰੇ ਨਾਲ ਸੀਗੇ, ਜਾਂਦੇ ਸਾਰਾ ਮੀਡੀਆ ਉੱਥੇ ਪਹੁੰਚਿਆ ਹੋਇਆ ਸੀ। ਸਭ ਤੇ ਮੇਰੀਆਂ ਕੱਲ੍ਹ ਦੀਆਂ ਇੰਟਰਵਿਊਜ਼ ਨੇ, ਕਈ ਚੈਨਲਾਂ ਨੇ ਉੱਥੋਂ ਲਾਈਵ ਚਲਾਇਆ ਹੋਇਆ ਸੀ। ਜਦੋਂ ਉੱਧਰ ਉਹ ਕੰਮ ਬੈਰੀਗੇਟ ਨਾਲ ਹੋਇਆ ਤੇ ਮੇਰਾ ਤਾਂ ਉੱਥੇ ਲਾਈਵ ਚੱਲ ਰਿਹਾ ਸੀਗਾ ਸਾਰਾ ਸਿਸਟਮ, ਮੈਂ ਤਾਂ ਉੱਥੇ ਖੜਾ ਸੀ ਚੜੂਨੀ ਸਾਹਿਬ ਕੋਲੇ। ਤਾਂ ਇਹ ਸਭ ਇੱਕ ਪ੍ਰੋਪੋਗੰਡੇ ਦੇ ਅਧੀਨ, ਡਰਾਉਣ ਦੇ ਲਈ ਕਿ ਇਹਨਾਂ ਕੋਲ ਹਥਿਆਰ ਵੀ ਸੀ। ਨਜਾਇਜ਼ ਹਥਿਆਰ ਹੋਣ ਦਾ ਇੱਕ ਬਹੁਤ ਦੂਰ ਦੀ ਗੱਲ ਹੈ, ਮੇਰੇ ਕੋਲ ਤਾਂ ਲਾਇਸੈਂਸ ਵਾਲਾ ਕੋਈ ਇੱਦਾਂ ਦਾ ਹਥਿਆਰ ਨਹੀਂ ਹੈਗਾ। ਤਾਂ ਇਹ ਸਿਰਫ ਇੱਕ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਸੰਯੁਕਤ ਮੋਰਚੇ ਨਾਲ ਗੱਲਬਾਤ ਕਰਾਂਗੇ, ਜਿਹੜੇ ਸਾਡੇ ਆਗੂ ਸਾਹਿਬਾਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਚੜੂਨੀ ਸਾਹਿਬ ਨਾਲ ਮੇਰੀ ਗੱਲ ਹੋ ਚੁੱਕੀ ਹੈ, ਉਹਨਾਂ ਨੇ ਮੈਨੂੰ ਕਿਹਾ ਕਿ ਬਿਲਕੁਲ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਵੀ ਖੜੇ ਹਾਂ। ਜੇ ਪ੍ਰਸ਼ਾਸਨ ਜਾਂ ਸਰਕਾਰ ਇੱਦਾਂ ਦੀ ਕੋਈ ਗੱਲਬਾਤ ਕਰੂਗੀ, ਤਾਂ ਜੇ ਤੁਸੀਂ ਸੰਘਰਸ਼ ਦੇ ਨਾਲ ਪਹਿਲੇ ਦਿਨ ਤੋਂ ਚੱਲ ਰਹੇ ਹੋ ਤਾਂ ਅਸੀਂ ਵੀ ਤੁਹਾਡੇ ਨਾਲ ਖੜੇ ਹਾਂ। ਥੋੜ੍ਹਾ ਟਾਈਮ ਪਹਿਲਾਂ ਮੇਰੀ ਫੋਨ 'ਤੇ ਗੱਲ ਹੋਈ ਹੈ, ਬਾਕੀ ਅਧਿਕਾਰੀਆਂ ਨਾਲ ਵੀ ਗੱਲਬਾਤ ਕਰੂੰਗਾ। ਹਰਮੀਤ ਕਾਦੀਆਂ ਜਥੇਬੰਦੀ ਵੱਲੋਂ ਉਹਨਾਂ ਦਾ ਵੀ ਇੱਕ ਮੰਗ ਪੱਤਰ ਆ ਚੁੱਕਿਆ ਕਿ ਇਹ ਜਿਹੜੇ ਪਰਚੇ ਤੁਸੀਂ ਪਾਏ ਗਏ ਇਹਨਾਂ ਨੂੰ ਰੱਦ ਕਰੋ। ਇਹ ਸਿਰਫ ਕਿਸਾਨੀ ਸੰਘਰਸ਼ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੇ ਲੋਕ ਨੇ, ਕੁਛ ਇੱਦਾਂ ਦਾ ਭੜਕਾਊ ਇਹਨਾਂ ਨੇ ਅੱਜ ਤੱਕ ਨਹੀਂ ਕੀਤਾ। ਮੇਰਾ ਪਿਛਲਾ ਰੈਕਡ ਵੀ ਤੁਸੀਂ ਦੇਖ ਸਕਦੇ ਹੋ, ਮਾਨ ਮਰਿਆਦਾ 'ਚ ਰਹਿ ਕੇ ਸੰਯੁਕਤ ਮੋਰਚੇ ਦਾ ਜੋ ਪ੍ਰੋਗਰਾਮ ਲਿਖਿਆ ਜਾਂਦਾ ਉਹਦੇ ਅਧੀਨ ਰਹਿ ਕੇ ਅਸੀਂ ਕੰਮ ਕਰਦੇ ਹਾਂ। ਚਾਹੇ ਬੇਸ਼ੱਕ ਠੀਕ ਹੈ ਸਾਡੇ ਟਾਈਮ ਤੇ ਆ ਕੇ ਮਤਭੇਦ ਹੋ ਜਾਂਦੇ ਆ, ਮਾਨ ਮਟਾਵ ਹੋ ਸਕਦੇ ਆ, ਕਿਉਂਕਿ ਗੱਲ ਰੱਖਣੀ ਆਪਣਾ ਸਾਡਾ ਵੀ ਅਧਿਕਾਰ ਹੈ। ਸਾਡੇ ਉਹ ਆਗੂ ਨੇ, ਚੁਣੇ ਹੋਏ ਨੁਮਾਇੰਦੇ ਨੇ ਸਾਡੇ, ਅਸੀਂ ਉਹਨਾਂ ਨੂੰ ਅਗਵਾਈ ਦਿੱਤੀ ਹੈ ਕਿ ਤੁਸੀਂ ਸਾਡੀ ਅਗਵਾਈ ਕਰੋ। ਜੋ ਸਾਡੇ ਦਿਲ ਦੇ ਬਲਬਲੇ ਨੇ ਅਸੀਂ ਉਹਨਾਂ ਨਾਲ ਸਾਂਝੇ ਕਰ ਸਕਦੇ ਹਾਂ, ਕੋਈ ਗੱਲ ਨਹੀਂ। ਪਰ ਇਹਦਾ ਮਤਲਬ ਇਹ ਨਹੀਂ ਕੋਈ ਸਾਡੇ ਲੱਗ ਧੜੇ ਨੇ, ਅਸੀਂ ਵੱਖ ਹੋ ਕੇ ਚੱਲਦੇ ਹਾਂ। ਸੰਯੁਕਤ ਮੋਰਚੇ ਦੇ ਨਾਲ ਚੱਲੇ ਹਾਂ, ਸਾਰਾ ਪੰਜਾਬ ਸੰਯੁਕਤ ਮੋਰਚੇ ਦੇ ਨਾਲ ਖੜਾ, ਤੇ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਸੰਯੁਕਤ ਮੋਰਚੇ ਦੇ ਨਾਲ ਖੜੇ ਰਵਾਂਗੇ। ਇਹ ਜਿਹੜੀ ਧਾਰਾਵਾਂ ਮੇਰੇ ਤੇ ਲਾਈਆਂ ਗਈਆਂ ਨੇ ਜਾਂ ਪਰਚੇ ਪਾਏ ਗਏ ਨੇ, ਇਹਦੇ 'ਚ ਮੈਂ ਆਪਦੇ ਵੱਲੋਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਨਾ ਮੈਂ ਤਾਂ ਉੱਥੇ ਨਾ ਮੈਂ ਮੌਜੂਦ ਸੀ। ਇਹ ਸਾਰੇ ਨੇ ਜਿਹੜੇ ਝੂਠੇ ਪਰਚੇ ਮੇਰੇ ਤੇ ਪਾਏ ਗਏ ਆ। ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਵੀ 26 ਜਨਵਰੀ ਵਾਲੇ ਦਿਨ ਵੀ ਜਿਹੜਾ ਕਿਸਾਨਾਂ ਦੇ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਸੀ, ਸ਼ਾਇਦ ਉਹ ਇੰਨਾ ਵੱਡਾ ਦਿਨ ਨਾ ਬਣਦਾ ਜੇ ਬੈਰੀਗੇਡ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਾ ਲਾਏ ਜਾਂਦੇ ਰਸਤੇ 'ਚ, ਕਿਉਂਕਿ ਛੋਟਾ ਪ੍ਰੋਗਰਾਮ ਸੀ। ਇੱਕ ਰੈਲੀ ਕੱਢਣ ਬਾਰੇ ਕਿਸਾਨਾਂ ਨੇ ਕਿਹਾ ਸੀ। ਕੱਲ੍ਹ ਵੀ ਦੇਖੀਏ ਤਾਂ ਇੱਕ ਸਿੰਪਲ ਮੈਮੋਰੈਂਡਮ ਸੌਂਪਣ ਦੀ ਗੱਲ ਕਹੀ ਗਈ ਸੀ। ਜੇਕਰ ਬੈਰੀਗੇਡ ਨਾ ਲਾਉਂਦੇ ਤਾਂ ਇੰਨਾ ਕੁਝ ਨਾ ਹੁੰਦਾ। ਕਿਵੇਂ ਦੇਖਦੇ ਹੋ, ਪਹਿਲਾਂ ਦੀਆਂ ਸਰਕਾਰਾਂ ਸੀ ਉਹ ਜੇਕਰ ਸੜਕਾਂ 'ਤੇ ਧਰਨਾ ਪ੍ਰਦਰਸ਼ਨ ਹੁੰਦਾ ਸੀ ਹਟਾਉਂਦੀਆਂ ਸੀ, ਚੁਕਵਾਉਂਦੀਆਂ ਸੀ, ਪਰ ਅੱਜ ਕੱਲ੍ਹ ਦੀਆਂ ਸਰਕਾਰਾਂ ਆਪ ਲਾ ਰਹੀਆਂ ਨੇ। ਦੇਖੋ, ਗੱਲ ਇਹ ਹੈ ਕਿ ਲੋਕਤੰਤਰ ਦੇ ਵਿੱਚ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਆਪਣੀ ਗੱਲ ਰੱਖਣ ਦਾ। ਧਰਨਾ ਵੀ ਸਾਡੇ ਸੰਵਿਧਾਨ ਦੇ ਅੰਡਰ ਹੀ ਆਉਂਦਾ ਨਾ, ਅਸੀਂ ਲਾ ਸਕਦੇ ਹਾਂ। ਕੋਈ ਗੈਰ ਕਾਨੂੰਨੀ ਕੰਮ ਤਾਂ ਕਰਦੇ ਨਹੀਂ। ਕਿੱਥੇ ਤਾਂ ਸਰਕਾਰਾਂ ਨੂੰ ਇਹ ਚਾਹੀਦਾ ਕਿ ਠੀਕ ਹੈ, ਇਹ ਨੌਬਤ ਕਿਉਂ ਆਈ, ਧਰਨੇ ਕਿਉਂ ਲਾਉਣੇ ਪਏ? ਅੱਜ 7 ਮਹੀਨੇ ਹੋ ਗਏ, 550 ਤੋਂ ਉੱਤੇ ਸ਼ਹਾਦਤਾਂ। ਤੁਸੀਂ ਸਾਡੀ ਗੱਲ ਮੰਨੋ, ਗੌਰਮੈਂਟ ਆਪ ਮੰਨ ਰਹੀ ਹੈ ਕਿ ਕਾਨੂੰਨਾਂ 'ਚ ਪ੍ਰੋਬਲਮ ਹੈਗੀ ਆ। ਫਿਰ ਇੱਕ
ਇੱਕ ਗਰਦਨ 'ਚ ਸਰੀਆ ਫਸਿਆ ਹੋਇਆ ਕਿ ਰੱਦ ਨਹੀਂ ਕਰਨੇ, ਸੋਧਾਂ ਕਰਨੀਆਂ ਨੇ। ਸਾਨੂੰ ਪਤਾ ਜੇ ਅੱਜ ਸੋਧਾਂ ਕਰਨਗੇ ਕੱਲ ਨੂੰ ਫਿਰ ਸੋਧਾਂ ਕਰਕੇ ਦੁਬਾਰੇ ਫਿਰ ਲਾਗੂ ਕਰ ਦੇਣਗੇ। ਤਾਂ ਇਹ ਲੜਾਈ ਹੈ ਜਿਹੜੀ ਉਸੇ ਸੰਬੰਧ ਵਿੱਚ ਹੈ। ਸਾਨੂੰ ਜੇ ਅਸੀਂ ਡੁੱਬੀ ਤਾਂ ਜੇ ਸਾਹ ਨਹੀਂ ਆਇਆ, ਜੇ ਧਰਨੇ ਲਾਉਣ ਦਾ ਮੌਕਾ ਹੀ ਨਾ ਦੇਵੇ ਸਰਕਾਰ, ਪ੍ਰਸ਼ਾਸਨ ਨੂੰ ਜੇ ਇੰਨੀ ਦਿੱਕਤ ਆਉਂਦੀ ਹੈ ਤਾਂ ਜਾ ਕੇ ਉੱਤੇ ਗੱਲ ਰੱਖੇ ਤੇ ਕਿਸਾਨਾਂ ਦੇ ਜਿਹੜੇ ਕਾਲੇ ਕਾਨੂੰਨ ਲਾਗੂ ਕੀਤੇ ਨੇ ਗਵਰਨਮੈਂਟ ਨੇ ਰੱਦ ਕਰਾਵੇ। ਨਹੀਂ ਕੁਝ ਇੱਦਾਂ ਦੇ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਆ ਕਿ ਆਪਣੀ ਕਿਸਾਨ ਆਏ, ਆਪਣੀ ਗੱਲ ਰੱਖੀ ਤੇ ਵਾਪਸ ਮੁੜ ਗਏ। ਕੋਈ ਹੁੱਲੜਬਾਜੀ ਨਹੀਂ। ਕਿੱਥੇ ਹੁੱਲੜਬਾਜੀ ਹੋਈ ਆ? ਕਿਤੇ ਕੱਲ ਕਿਤੇ ਵੀ ਨਹੀਂ ਹੋਈ। ਇਹ ਤਾਂ ਸਿਰਫ ਗੱਲ ਇਹ ਹੈ ਕਿ ਜਦੋਂ ਬੈਰੀਕੇਟਿੰਗ ਕੀਤੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਭਾਵਨਾ ਬੰਦੇ ਦੀ ਪੈਦਾ ਹੁੰਦੀ ਹੈ ਕਿ ਭੜਕਾਇਆ ਜਾਂਦਾ ਕਿ ਅਸੀਂ ਤੁਹਾਨੂੰ ਰੋਕਾਂਗੇ। ਰੋਕ ਤਾਂ ਸਾਨੂੰ ਪਹਿਲਾਂ ਹੀ ਸੈਂਟਰ ਦੀ ਸਰਕਾਰ ਰਹੀ ਹੈ। ਜੇ ਸੂਬੇ ਦੀ ਸਰਕਾਰ ਜਾਂ ਸਾਡੇ ਬਾਕੀ ਸੂਬੇ ਸਾਨੂੰ ਇਹ ਗੱਲ ਕਹਿ ਰਹੇ ਆ ਕਿ ਕਿਸਾਨਾਂ ਦੇ ਨਾਲ ਹੈ, ਫਿਰ ਕਿਉਂ ਇਦਾਂ ਦਾ ਜਿਹੜਾ ਕੰਮ ਹੈ ਉਹ ਕੀਤਾ ਜਾਵੇ? ਸੋ ਇਹ ਚੀਜ਼ਾਂ ਸਮਝਣ ਦੀ ਲੋੜ ਹੈ। ਇਹ ਗੌਰਮੈਂਟ ਜੇ ਪੀਸ ਚਾਹੁੰਦੀ ਹੈ, ਸ਼ਾਂਤੀ ਚਾਹੁੰਦੀ ਹੈ ਤਾਂ ਬਿਲਕੁਲ ਇਹ ਜਿਹੜੇ 3 ਕਾਲੇ ਕਾਨੂੰਨ ਨੇ ਵਾਪਸ ਲਵੇ। ਜਲਦ ਤੋਂ ਜਲਦ ਜਿਹੜਾ ਸਾਡੇ ਭਾਈਚਾਰਾ ਉੱਥੇ ਬੈਠਾ ਉਹ ਆਪਣੇ ਆਪਣੇ ਘਰਾਂ ਨੂੰ ਵਾਪਸ ਆਉਣ। ਜੇ ਕਾਨੂੰਨ ਨਹੀਂ ਵਾਪਸ ਲਊਗੀ, ਜਿਹੜਾ ਸਾਡਾ ਧਰਨਾ ਪ੍ਰੋਟੈਸਟ ਆ ਉਹ ਲਗਾਤਾਰ ਜਾਰੀ ਰਹੂਗਾ। ਕਿਸੇ ਵੀ ਹਾਲ 'ਚ ਕਿਸੇ ਵੀ ਕੀਮਤ ਜਿੱਥੇ ਤੱਕ ਜਾਂਦਾ ਉੱਥੇ ਤੱਕ ਜਾਊਗਾ ਤੇ ਅਸੀਂ ਵੀ ਨਾਲ ਜਾਵਾਂਗੇ। ਤੇ ਤੁਹਾਡੀ ਹੁਣ ਕਿਸੇ ਕਿਸਾਨ ਆਗੂ ਦੇ ਨਾਲ ਗੱਲਬਾਤ ਹੋਈ ਹੈ ਪੂਰੇ ਮਾਮਲੇ ਨੂੰ ਲੈ ਕੇ, ਜਿਹੜੀ FIR ਦਰਜ? ਚੜੂਨੀ ਸਾਹਿਬ ਨਾਲ ਮੇਰੀ ਗੱਲ ਹੋ ਕੇ ਹਟੀ ਆ ਹੁਣੇ, ਕਿਉਂਕਿ ਮੈਂ ਕੱਲ ਉਹਨਾਂ ਦੇ ਨਾਲ ਸੀ ਤੇ ਉਹ ਕਹਿੰਦੇ ਆ ਕੋਈ ਘਬਰਾਉਣ ਦੀ ਇਦਾਂ ਦੀ ਗੱਲ ਨਹੀਂ, ਅਸੀਂ ਬਿਲਕੁਲ ਤੁਹਾਡੇ ਨਾਲ ਖੜੇ ਆ। ਜੋ ਵੀ ਬਣਦੀ ਕਾਰਵਾਈ ਹੋਊਗੀ, ਜਿੱਥੇ ਵੀ ਸਾਡੀ ਲੋੜ ਪਊਗੀ ਅਸੀਂ ਤੁਹਾਡੇ ਨਾਲ ਆ। ਤੇ ਉਦੋਂ ਬਾਅਦ 'ਚ ਮੈਂ ਹੋਰ ਵੀ ਅਧਿਕਾਰੀਆਂ ਨੂੰ, ਸਾਡੇ ਜਿਹੜੇ ਆਗੂ ਸਾਹਿਬਾਨ ਨੇ, ਜਥੇਦਾਰ ਨੇ, ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅੱਜ ਸ਼ਾਮ ਨੂੰ ਮੈਂ ਉਹਨਾਂ ਨਾਲ ਬਿਲਕੁਲ ਮਿਲ ਕੇ ਗੱਲਬਾਤ ਕਰੂੰਗਾ ਸੰਯੁਕਤ ਮੋਰਚੇ ਨਾਲ। ਕਿਉਂਕਿ ਦੇਖੋ ਸਾਡੇ ਜਿਹੜੇ ਸਾਰੇ ਪ੍ਰੋਗਰਾਮ ਨੇ ਉਹ ਸੰਯੁਕਤ ਮੋਰਚੇ ਦੇ ਨਾਲ ਨੇ। ਜਿਵੇਂ ਜਿਵੇਂ ਸੰਯੁਕਤ ਮੋਰਚਾ ਸਾਨੂੰ ਕਹੂਗਾ ਅਸੀਂ ਉਵੇਂ ਉਵੇਂ ਵਰਕ ਕਰਨਾ ਹੈ। ਸਾਡੀ ਗੱਲ ਰੱਖਣੀ ਸਾਡਾ ਅਧਿਕਾਰ ਹੈ, ਸਾਡਾ ਹੱਕ ਹੈ, ਅਸੀਂ ਰੱਖਾਂਗੇ। ਪਰ ਇਹ ਨਹੀਂ ਹੈਗਾ ਕਿ ਅਸੀਂ ਸੰਯੁਕਤ ਮੋਰਚੇ ਤੋਂ ਬਾਹਰ ਹੋ ਕੇ ਚੱਲਾਂਗੇ। ਸੋ ਸੰਯੁਕਤ ਮੋਰਚੇ ਨਾਲ ਗੱਲਬਾਤ ਕਰਕੇ, ਆਪਣੇ ਲੀਗਲਸ ਨਾਲ ਗੱਲਬਾਤ ਕਰਕੇ ਅਗਲੀ ਕਾਰਵਾਈ ਹੈ ਜਿਹੜੀ ਉਹ ਬਹੁਤ ਜਲਦੀ ਕੀਤੀ ਜਾਊਗੀ। ਤੁਸੀਂ ਇਹ ਵੀ ਕਹਿ ਰਹੇ ਸੀ ਜਦੋਂ ਮੈਂ ਮੋਹਾਲੀ ਰਵਾਨਾ ਹੋਇਆ ਸੀ ਆਪਣੇ ਘਰ ਚੋਂ ਤਾਂ ਮੈਨੂੰ ਉੱਚ ਅਧਿਕਾਰੀਆਂ ਦੇ ਫੋਨ ਆਏ ਸੀ ਕਿ ਮੋਹਾਲੀ ਦੇ ਵਿੱਚ ਦਾਖਲ ਨਾ ਹੋਇਆ ਜਾਵੇ। ਪਤਾ ਕਿੰਨਾਂ ਨਾਲ ਤੁਹਾਡੀ ਗੱਲਬਾਤ ਹੋਈ ਸੀ, ਫੋਨ ਤੇ ਰਾਬਤਾ ਕਾਇਮ ਹੋਇਆ ਸੀ? ਅਧਿਕਾਰੀ ਸੀ, ਜ਼ਿਲ੍ਹੇ ਦੇ ਬਹੁਤ ਵੱਡੇ ਅਧਿਕਾਰੀ ਸੀ, ਉੱਚ ਅਧਿਕਾਰੀ ਸੀ, ਜਿਹੜੇ ਸਾਡੇ ਲਾਅ ਐਂਡ ਆਰਡਰ ਨੂੰ ਸਾਂਭਦੇ ਆ ਜਾਂ ਹੋਰ ਵੀ ਸਾਡੀ ਸੇਫਟੀ ਲਈ ਲਗਾਤਾਰ ਵਰਕ ਕਰਦੇ ਆ। ਉਹਨਾਂ ਦਾ ਫੋਨ ਆਇਆ ਸੀਗਾ ਤੇ ਉਹਨਾਂ ਦੀ ਗੱਲ ਮੰਨ ਕੇ ਇਹ ਨਹੀਂ ਗੱਲ ਕਹੀ ਸੀ ਕਿ ਮੋਹਾਲੀ ਦੇ ਵਿੱਚ ਐਂਟਰ ਨਾ ਕੀਤਾ ਜਾਵੇ। ਇਹ ਗੱਲ ਕਹੀ ਗਈ ਸੀ ਕਿ ਅੰਬ ਸਾਹਿਬ ਗੁਰਦੁਆਰੇ ਜਿੱਥੇ ਪ੍ਰੋਗਰਾਮ ਕਿਸਾਨਾਂ ਦਾ ਰੱਖਿਆ ਹੋਇਆ ਉੱਥੇ ਨਾ ਆਇਆ ਜਾਵੇ। ਉਦੋਂ ਬਿਨਾਂ ਤੁਸੀਂ ਹੋਰ ਕਿਤੇ ਵੀ ਜਾ ਕੇ ਪ੍ਰੋਗਰਾਮ ਕਰ ਸਕਦੇ ਹੋ। ਇੱਕ ਮੇਰਾ ਆਖਰੀ ਸਵਾਲ ਆ, ਕਿਉਂਕਿ ਲੋਕਾਂ ਦੇ ਵੀ ਬੜੇ ਮੈਸੇजेस ਆਉਂਦੇ ਨੇ ਕਿ ਜਦੋਂ ਪੰਜਾਬੀ ਸਿੰਗਰ, ਪੰਜਾਬੀ ਇੰਡਸਟਰੀ ਅੰਦੋਲਨ ਸ਼ੁਰੂ ਹੋਇਆ ਸੀ, ਬੜੇ ਸਿੰਗਰ ਦੇਖੇ ਗਏ ਸੀ ਕਿ ਦਿੱਲੀ ਦੀਆਂ ਬਰੂਹਾਂ ਤੇ ਜਾ ਉੱਥੇ ਸਟੇਜਾਂ ਤੋਂ ਸੰਬੋਧਨ ਵੀ ਕੀਤਾ ਜਾ ਰਿਹਾ ਸੀ। ਪਰ ਹੁਣ ਪੰਜਾਬੀ ਸਿੰਗਰ ਕਿੱਥੇ ਨੇ? ਜਾਂ ਉਹ ਪਰਚੀਆਂ ਤੋਂ ਹੀ ਡਰ ਕੇ ਘਰਾਂ 'ਚ ਬੈਠ ਗਏ? ਨਹੀਂ ਆਉਣਗੇ ਜੀ, ਕੋਈ ਇਦਾਂ ਡਰਨ ਵਾਲੀ ਗੱਲ ਨਹੀਂ। ਜਦੋਂ ਜਿਵੇਂ ਜਿਵੇਂ ਸੰਘਰਸ਼ ਚੱਲ ਰਿਹਾ, ਜਿਹੜੇ ਬਾਕੀ ਵੀ ਕਲਾਕਾਰ ਭਰਾ ਨੇ ਸਾਡੇ ਉਹ ਵੀ ਸਾਰੇ ਲੱਗੇ ਹੋਏ ਆ। ਤਾਂ ਥੋੜੀ ਜੀ ਕੋਵਿਡ ਕਰਕੇ ਗਤੀਵਿਧੀਆਂ ਘਟ ਗਈਆਂ ਸੀ। ਆਉਣ ਵਾਲੇ ਦਿਨਾਂ 'ਚ ਸਾਰੀ ਇੰਡਸਟਰੀ, ਕਿਉਂਕਿ ਦੇਖੋ ਸਾਰੀ ਕਿਸਾਨ ਘਰਾਂ 'ਚੋਂ ਅੱਗੇ ਆਏ ਆ, ਜਿੰਨੇ ਵੀ ਕਲਾਕਾਰ ਭਾਈਚਾਰਾ, ਹਰ ਇੱਕ ਦੀ ਬੈਕਗਰਾਊਂਡ ਕਿਸਾਨੀ ਨਾਲ ਜੁੜੀ ਆ। ਸੋ ਸਾਰੇ ਫਿਕਰਮੰਦ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਰਾ ਕਲਾਕਾਰ ਭਾਈਚਾਰਾ ਲਹਿਰ ਦੇ ਮੋਢੇ ਨਾਲ ਮੋਢਾ ਲਾ ਕੇ ਖੜਿਆ ਮਿਲੂਗਾ ਤੁਹਾਨੂੰ। ਸੋ ਇਹ ਸਨ ਸਾਡੇ ਨਾਲ ਜਸ ਬਾਜਵਾ, ਜਿਨ੍ਹਾਂ ਦੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕਈ ਧਾਰਾਵਾਂ ਲਾ ਕੇ ਜਿਹੜੇ ਪਰਚੇ ਦਰਜ ਕੀਤੇ ਗਏ ਨੇ। ਪਰ ਉਹਨਾਂ ਦਾ ਕਹਿਣਾ ਕਿ ਜਿਵੇਂ ਉਹ ਪਹਿਲਾਂ ਵੀ ਪਿੰਡਾਂ ਦੇ ਵਿੱਚ ਜਾ ਕੇ ਹੋਕਾ ਦਿੱਤਾ ਜਾਂਦਾ ਸੀ, ਉਹਨਾਂ ਦੇ ਵੱਲੋਂ ਉਸੇ ਤਰ੍ਹਾਂ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਰਹਿਣਗੇ ਅਤੇ ਕਿਸਾਨ ਜਿਹੜੇ ਆਗੂ ਨੇ ਸੰਯੁਕਤ ਕਿਸਾਨ ਮੋਰਚੇ ਦੇ, ਉਹਨਾਂ ਦੇ ਨਾਲ ਜਿਹੜਾ ਇਸ ਪੂਰੀ ਸਥਿਤੀ ਨਾਲ ਨਜਿੱਠਿਆ ਜਾਵੇਗਾ। ਕੈਮਰਾਮੈਨ ਸੁਖਵਿੰਦਰ ਦੇ ਨਾਲ ਜਗਵਿੰਦਰ ਸਿੰਘ, ਰੋਜ਼ਾਨਾ ਸਪੋਕਸਮੈਨ, ਮੋਹਾਲੀ।